प्रोग्राम खबर पड़ताल देख रहे हो तुसीं। मैं जगदीश संधू। अज दे इस खास प्रोग्राम दे विच पंजाब दीआं प्रमुख सियासी खबरां दे उपर विचार चर्चा करांगे। सब तो पहलां गलबात करांगे पटियाला दी, जिथे पटियाला दे विच कैप्टन अमरिंदर सिंह समर्थित जिहड़े मेयर सीगे बिट्टू, उन्हां नूं अपना अहुदा छड्डना पिया क्योंकि ब्रह्म महिंद्रा समर्थित जिन्ने भी कौंसलर सीगे उन्हां तो अपना समर्थन लै लिया ते नवां मेयर चुन लिया गया। कार्यकारी मेयर के तौर पर जगजीत सिंह योगी नूं मेयर की कुर्सी दे दी गई है। सो हुण कैप्टन का यह मन्निया जा सकता है कि पटियाले वाला किला भी हुण ढह गया। सियासी जिहड़ी उन्हां दा पटियाला दे विच रोब सी उहदे ते भी कुछ ना कुछ खत्म होया उहनूं मन्निया जा सकता है। सो कैप्टन अज खड़े हुए नज़र आए, उन्हां दे समर्थक भी खड़े हुए नज़र आए सन। सो काफ़ी रौला रप्पा पटियाले दे विच पिया मेयर की कुर्सी नूं लैके। हालांकि कैप्टन के समर्थकों ने कह दिता है कि हुण इस मुद्दे नूं लैके वो हाई कोर्ट तक जाणगे। फिर चर्चा करांगे नवजोत सिंह सिद्धू के वड्डे ऐलान की, जिस दे विच उन्होंने कहा है कि बेअदबी के मुद्दे ते जे पंजाब सरकार ने रिपोर्ट जनतक ना कीती तां वो भुख हड़ताल ते बैठ जाणगे। किसानां बारे भी बेहद अहम बयान दिता है नवजोत सिंह सिद्धू ने। उस तो बाद गल करांगे भगवंत मान दी, जिन्हां ने पंजाब सरकार के उपर एक बार फिर तो वड्डे सियासी निशाने लगाए ने। इन्हां सारे मुद्दों पर गलबात करने लई मेरे नाल अज फिर तो स्टूडियो दे विच मौजूद ने सीनियर पत्रकार सुरिंदर डल्ला जी। डल्ला साहब, बहुत बहुत स्वागत है तुहाडा प्रोग्राम दे। बहुत बहुत धन्यवाद जगदीश जी, तुहाडा भी और दुनिया भर के पंजाबियों का भी बहुत बहुत धन्यवाद। डल्ला साहब, सब तो पहला गल करते हैं पटियाला की, जिथे ये मन्निया जा सकता है भी कैप्टन अमरिंदर सिंह का पटियाले वाला किला भी ढह गया। अज के पूरे घटनाक्रम के उत्ते की कहना चाहोगे डल्ला साहब? देखो, सियासी किला ढिया जी। सो उदा तो किसी के भी किले ना ढहन, किले सारिਆਂ ਦੇ, क्योंकि किले छत ने, पर सियासी किला ਜਿਹੜਾ कैप्टन अमरिंदर ਦਾ ਉਹ ਢਹਿ ਗਿਆ। ਮੈਨੂੰ ਇਹ ਲੱਗਦਾ ਹੈ ਕਿ कैप्टन अमरिंदर ਨੂੰ ਇੱਕ ਵੱਡੀ ਸਿਆਸੀ ਹਾਰ ਮਿਲੀ ਹੈ ਔਰ ਨਵਜੋਤ ਸਿੰਘ ਸਿੱਧੂ ਦੀ ਗੈਰ ਮੌਜੂਦਗੀ 'ਚ ਮਿਲੀ ਹੈ। ਨਵਜੋਤ ਸਿੰਘ ਸਿੱਧੂ ਕੱਲ੍ਹ ਦੇ ਪਟਿਆਲਾ ਵਾਲੇ ਘਟਨਾਕ੍ਰਮ ਦੇ ਵਿੱਚ ਬਿਲਕੁਲ ਹਿੱਸਾ ਨਹੀਂ ਸੀ। ਬਤੌਰ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਟੀਚਾ ਪੰਜਾਬ ਦੇ ਮੁੱਦਿਆਂ ਵਾਲੇ ਪਾਸੇ ਹੈ। ਪੰਜਾਬ ਦੇ ਮੁੱਦੇ ਕਿਵੇਂ ਹੱਲ ਹੋਣ, ਤੁਸੀਂ ਜਿਵੇਂ ਭੂਮਿਕਾ ਬੰਨੀ ਆ ਉਹਦੀ ਵੀ ਆਪਾਂ ਗੱਲ ਕਰਾਂਗੇ। ਪਰ ਕੈਪਟਨ ਅਮਰਿੰਦਰ ਸਿੰਘ ਜਿਸ ਪੱਧਰ ਦੀ ਸਿਆਸਤ ਦਾ ਹਿੱਸਾ ਬਣੇ ਹੋਏ ਨੇ ਪਿਛਲੇ ਕੁਝ ਸਮੇਂ ਤੋਂ, ਉਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਨੁਕਸਾਨ ਹੋ ਰਿਹਾ। ਮੁੱਦਿਆਂ ਦੀ ਸਿਆਸਤ ਕੈਪਟਨ ਅਮਰਿੰਦਰ ਨੂੰ ਕਰਨੀ ਚਾਹੀਦੀ ਹੈ ਪੰਜਾਬ ਦੇ। ਔਰ ਕੈਪਟਨ ਅਮਰਿੰਦਰ ਨੇ ਅਗਰ ਬੇਅਦਬੀ ਦੇ ਮਸਲੇ ਹੱਲ ਕੀਤੇ ਹੁੰਦੇ, STF ਦੀ ਰਿਪੋਰਟ 'ਤੇ ਕਾਰਵਾਈ ਹੋਈ ਹੁੰਦੀ, ਰਿਪੋਰਟ ਸਾਰਵਜਨਿਕ ਹੋਈ ਹੁੰਦੀ, ਨਸ਼ੇ ਖਤਮ ਹੋਏ ਹੁੰਦੇ, ਕਿਸਾਨਾਂ ਨੂੰ ਕਰਜ਼ੇ ਦਿੱਤੇ ਹੁੰਦੇ, ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਹੁੰਦੀਆਂ, ਸ਼ਰਾਬ ਸਰਕਾਰੀ ਕਾਰਪੋਰੇਸ਼ਨ ਬਣਾ ਕੇ ਵੇਚੀ ਹੁੰਦੀ ਸਰਕਾਰ ਨੇ, ਰੇਤ ਦੇ ਉੱਤੇ ਸਰਕਾਰੀ ਕਾਰਪੋਰੇਸ਼ਨ ਬਣੀ ਹੁੰਦੀ, ਤੇ ਅੱਜ ਨਵਜੋਤ ਸਿੰਘ ਸਿੱਧੂ ਵੀ ਕੈਪਟਨ ਅਮਰਿੰਦਰ ਦਾ ਸਿਪਾਹੀ ਬਣ ਕੇ ਪੰਜਾਬ ਦੇ ਵਿੱਚ ਅੱਗੇ ਵਧਦਾ ਹੁੰਦਾ ਤੇ ਪੰਜਾਬ ਖੁਸ਼ਹਾਲੀ ਵਾਲੇ ਪਾਸੇ ਗਿਆ ਹੁੰਦਾ। 9.5 ਸਾਲ ਕੈਪਟਨ ਅਮਰਿੰਦਰ ਨੂੰ ਦਿੱਤੇ ਪੰਜਾਬ ਦੇ ਲੋਕਾਂ ਨੇ, ਪਿਛਲੇ 4.5 ਪੌਣੇ 5 ਸਾਲ ਕੈਪਟਨ ਅਮਰਿੰਦਰ ਨੂੰ ਦਿੱਤੇ ਪੰਜਾਬ ਦੇ ਲੋਕਾਂ ਨੇ, ਤੇ ਕੈਪਟਨ ਅਮਰਿੰਦਰ ਮੋੜ ਹੀ ਨਹੀਂ ਸਕਿਆ। ਇਸ ਕਰਕੇ ਪਟਿਆਲੇ ਦੇ ਵਿੱਚ ਵੋਟ ਪਾਉਣ ਗਏ ਉਹ ਮੇਅਰ ਦੇ ਬਹੁਮਤ ਸਾਬਤ ਕਰਨ ਦੀ ਜਦੋਂ ਗੱਲ ਆਈ, ਔਰ ਕਿੰਨੀਆਂ ਕੁ ਕਾਰਪੋਰੇਸ਼ਨਾਂ 'ਚ ਕੈਪਟਨ ਅਮਰਿੰਦਰ ਪਹਿਲਾਂ ਅੱਜ ਤੱਕ ਗਏ ਨੇ ਪੰਜਾਬ ਦੀਆਂ, ਕਿੰਨੇ ਕੁ ਨਗਰ ਨਿਗਮਾਂ ਦੀਆਂ ਮੀਟਿੰਗਾਂ 'ਚ ਕੈਪਟਨ ਅਮਰਿੰਦਰ ਪਹਿਲਾਂ ਗਏ ਨੇ। ਅਸਲ 'ਚ ਕੱਲ੍ਹ ਪਟਿਆਲੇ ਦੇ ਮੇਅਰ ਦੇ ਮੁੱਦੇ ਨੂੰ ਕੈਪਟਨ ਅਮਰਿੰਦਰ ਨੇ ਆਪਣੇ ਸਿਆਸੀ ਵਕਾਰ ਦਾ ਸਵਾਲ ਬਣਾ ਲਿਆ। ਅਗਰ ਉਹ ਮੇਅਰ ਬਰਕਰਾਰ ਰਹਿ ਜਾਂਦਾ ਤਾਂ ਇਹ ਸੁਨੇਹਾ ਜਾਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਪਣਾ ਮੇਅਰ ਬਚਾਉਣ 'ਚ ਕਾਮਯਾਬ ਹੋ ਗਏ। ਭਾਵੇਂ ਕੈਪਟਨ ਅਮਰਿੰਦਰ ਹੁਣ ਕਾਂਗਰਸ 'ਚ ਨਹੀਂ ਹੈ ਅਤੇ ਉਹ ਮੇਅਰ ਕਾਂਗਰਸ ਦਾ ਸੀ, ਪਰ ਉਹ ਬਹੁਮਤ ਹੀ ਨਹੀਂ ਸਾਬਤ ਕਰ ਸਕੇ ਮੇਅਰ ਸਾਹਿਬ, ਔਰ ਕੈਪਟਨ ਅਮਰਿੰਦਰ ਨੂੰ ਸਿਆਸੀ ਹਾਰ ਦਾ ਸਾਹਮਣਾ ਕਰਨਾ ਪਿਆ। 2 ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਭਾਰੀ ਨੇ ਹਰੀਸ਼ ਚੌਧਰੀ, ਉਹਨਾਂ ਨੇ ਚਿੱਠੀ ਜਾਰੀ ਕੀਤੀ, ਕਾਰਨ ਦੱਸੋ ਨੋਟਿਸ ਜਾਰੀ ਕੀਤਾ ਬੀਬੀ ਪ੍ਰਨੀਤ ਕੌਰ ਨੂੰ, ਔਰ 7 ਦਿਨਾਂ 'ਚ ਜਵਾਬ ਮੰਗਿਆ। ਹੁਣ ਬੀਬੀ ਪ੍ਰਨੀਤ ਕੌਰ ਅਗਲੇ 5-6 ਦਿਨਾਂ ਦੇ ਵਿੱਚ ਸਿਆਸੀ ਤੌਰ 'ਤੇ ਕੀ ਰੁਖ ਰੱਖਦੇ ਨੇ, ਇਹ ਵੀ ਗੱਲ ਬਹੁਤ ਅਹਿਮੀਅਤ ਵਾਲੀ ਰਹਿਣੀ ਹੈ। ਪਰ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਾਰ ਮਿਲੀ ਹੈ। ਬੀਬੀ ਪ੍ਰਨੀਤ ਕੌਰ ਅੱਗੇ ਚੁਣੌਤੀ ਹੈ ਕਿ ਉਹ ਕੀ ਕਰਨਗੇ, ਕੀ ਉਹ ਕੈਪਟਨ ਨਾਲ ਜਾਣਗੇ, ਕੀ ਉਹ ਇਸ ਨੋਟਿਸ ਦਾ ਜਵਾਬ ਦੇਣਗੇ, ਜਾਂ ਬੀਬੀ ਪ੍ਰਨੀਤ ਕੌਰ ਵੀ ਕਾਂਗਰਸ ਛੱਡਣ ਦੀ ਤਿਆਰੀ ਕਰਨਗੇ ਅਤੇ ਕੈਪਟਨ ਅਮਰਿੰਦਰ ਨਾਲ ਜਾਣ ਦੀ ਤਿਆਰੀ ਕਰਨਗੇ। ਆਉਂਦੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਪਰਿਵਾਰ ਅਤੇ ਬੀਬੀ ਪ੍ਰਨੀਤ ਕੌਰ ਦੇ ਰੁਖ ਦੇ ਨਾਲ ਇੱਕ ਵੱਡਾ ਫੈਸਲਾ ਸਾਨੂੰ ਨਜ਼ਰ ਆ ਸਕਦਾ ਹੈ। ਅਗਰ ਬੀਬੀ ਪ੍ਰਨੀਤ ਕੌਰ ਕੋਈ ਜਵਾਬ ਨਹੀਂ ਵੀ ਦਿੰਦੇ ਤੇ ਕਾਂਗਰਸ ਦੀ ਹਾਈ ਕਮਾਂਡ ਅਨੁਸ਼ਾਸਨੀ ਕਾਰਵਾਈ ਹੈ ਜਿਹੜੀ ਕਰ ਸਕਦੀ ਹੈ। ਬੀਬੀ ਪ੍ਰਨੀਤ ਕੌਰ ਨੂੰ ਕਾਂਗਰਸ 'ਚੋਂ ਮੁਅੱਤਲ ਕਰਨ ਵਰਗਾ ਫੈਸਲਾ ਵੀ ਹੋ ਸਕਦਾ, ਜਿਵੇਂ ਆਮ ਆਦਮੀ ਪਾਰਟੀ ਨੇ ਕਈ ਵਿਧਾਇਕ ਮੁਅੱਤਲ ਕੀਤੇ ਹੋਏ ਨੇ। ਉਹਦੇ ਨਾਲ ਹੋਰ ਸਿਆਸੀ ਨੁਕਸਾਨ ਹੈ ਜਿਹੜਾ ਉਹ ਹੋ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ। ਹਾਲਾਂਕਿ ਕੈਪਟਨ ਅਮਰਿੰਦਰ ਨੇ ਤਾਂ ਆਪਣੀ ਪਾਰਟੀ ਉਹ ਬਣਾ ਲਈ, ਪਰ ਮੈਂ ਹੈਰਾਨ ਬੜਾ
ਕੈਪਟਨ ਅਮਰਿੰਦਰ ਨੇ ਪਾਰਟੀ ਬਣਾਏ ਨੂੰ ਵੀ ਕਿੰਨੇ ਦਿਨ ਹੋ ਗਏ, ਹਜੇ ਤੱਕ ਪ੍ਰਧਾਨ ਕੈਪਟਨ ਅਮਰਿੰਦਰ ਨੂੰ ਵੀ ਨਹੀਂ ਲੱਭਿਆ। ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਲੱਭਿਆ, ਕੈਪਟਨ ਅਮਰਿੰਦਰ ਨੂੰ ਪ੍ਰਧਾਨ ਨਹੀਂ ਲੱਭਿਆ। ਇਹ ਸਥਿਤੀਆਂ ਬੜੀਆਂ ਹੈਰਾਨੀਜਨਕ ਨੇ ਜਿਹੜੀਆਂ ਉਹ ਕੈਪਟਨ ਅਮਰਿੰਦਰ ਦੀ ਲੋਕ ਕਾਂਗਰਸ ਦੀਆਂ ਬਣੀਆਂ ਹੋਈਆਂ ਨੇ। ਡੱਲਾ ਸਾਹਿਬ, ਸਿੱਧੂ ਸਾਹਿਬ ਦੀ ਗੱਲ ਕਰ ਲੈਂਦੇ ਆ। ਬੇਅਦਬੀ ਦੇ ਮੁੱਦੇ ਤੇ ਬੇਹੱਦ ਤਲਖ ਅੰਦਾਜ਼ ਦੇ ਵਿੱਚ ਅੱਜ ਆਪਣੀ ਸਰਕਾਰ ਨੂੰ ਅਲਟੀਮੇਟਮ ਦੇ ਗਏ ਸਿੱਧੂ ਸਾਹਿਬ। ਕਹਿੰਦੇ ਬੇਅਦਬੀ ਦੇ ਮੁੱਦੇ ਤੇ ਸਰਕਾਰ ਜੇ ਰਿਪੋਰਟ ਜਨਤਕ ਨਹੀਂ ਕਰਦੀ ਤਾਂ ਸਿੱਧੂ ਖੁਦ ਨਸ਼ਿਆਂ ਵਾਲੇ ਮਸਲੇ ਤੇ ਜੀ ਨਸ਼ਿਆਂ ਦੇ ਮੁੱਦੇ ਤੇ ਸੋ ਉਸ ਮੁੱਦੇ ਨੂੰ ਲੈ ਕੇ ਬੇਹੱਦ ਤਲਖ ਅੰਦਾਜ਼ ਦੇ ਵਿੱਚ ਆਪਣੀ ਸਰਕਾਰ ਨੂੰ ਚੇਤਾਵਨੀ ਦੇ ਗਏ ਨੇ। ਕੀ ਕਹਿਣਾ ਚਾਹੋਗੇ? ਉਹਨਾਂ ਨੇ ਇਹ ਵੀ ਕਿਹਾ ਵੀ ਭੁੱਖ ਹੜਤਾਲ ਤੇ ਵੀ ਬੈਠਣਗੇ ਜੇ ਸਰਕਾਰ ਜਲਦ ਕਾਰਵਾਈ ਨਹੀਂ ਕਰਦੀ। ਦੇਖੋ, ਪਹਿਲੀ ਤਾਂ ਗੱਲ ਸਰਕਾਰ ਲੋਕਾਂ ਦੀ ਹੁੰਦੀ ਜੀ। ਸਰਕਾਰ ਨਾ ਨਵਜੋਤ ਸਿੰਘ ਸਿੱਧੂ ਦੀ ਹੈ, ਨਾ ਚਰਨਜੀਤ ਚੰਨੀ ਦੀ ਹੈ। ਸਰਕਾਰ ਲੋਕਾਂ ਦੀ ਹੈ। ਔਰ ਪਿਛਲੀ ਵਾਰੀ ਜਦੋਂ ਚੋਣਾਂ 'ਚ ਲੋਕਾਂ ਤੋਂ ਵੋਟਾਂ ਮੰਗਣ ਗਏ ਸੀ ਕੈਪਟਨ ਅਮਰਿੰਦਰ ਵੀ ਔਰ ਬਾਕੀ ਵੀ, ਚੰਨੀ ਸਾਹਿਬ ਵੀ, ਰੰਧਾਵਾ ਸਾਹਿਬ ਵੀ ਔਰ ਸਿੱਧੂ ਸਾਹਿਬ ਵੀ, ਉਦੋਂ ਵਾਅਦਾ ਕੀਤਾ ਗਿਆ ਸੀ ਕਿ ਨਸ਼ਿਆਂ ਤੇ ਵੀ ਇਨਸਾਫ ਦੇਵਾਂਗੇ, ਬੇਅਦਬੀ ਦੇ ਵੀ ਇਨਸਾਫ ਦੇਵਾਂਗੇ। ਬੇਅਦਬੀ ਵਾਲੇ ਮਾਮਲੇ ਤੇ ਹੁਣ ਐਡਵੋਕੇਟ ਜਨਰਲ ਬਦਲ ਗਏ, ਹੁਣ ਵੇਖਦੇ ਹਾਂ ਅੱਗੇ ਕੀ ਕਾਰਵਾਈ ਹੁੰਦੀ ਹੈ। ਪਰ STF ਦੀ ਰਿਪੋਰਟ ਤੇ ਨਵਜੋਤ ਸਿੰਘ ਸਿੱਧੂ ਦਾ ਸਟੈਂਡ ਬੜਾ ਸਪਸ਼ਟ ਹੈ। ਜਿਹੜੀ ਭੁੱਖ ਹੜਤਾਲ ਦੀ ਗੱਲ ਕੀਤੀ ਨਵਜੋਤ ਸਿੰਘ ਸਿੱਧੂ ਨੇ, ਉਹ ਕੋਈ ਚੈਲੰਜ ਨਹੀਂ ਕੀਤਾ ਪੰਜਾਬ ਦੀ ਸਰਕਾਰ ਨੂੰ। ਉਹ ਲੋਕ ਮੰਗ ਨੂੰ ਨਵਜੋਤ ਸਿੰਘ ਸਿੱਧੂ ਅੱਗੇ ਲੈ ਕੇ ਆਏ ਨੇ ਕਿ ਸਾਡੀ ਸਰਕਾਰ ਦੀ ਇਹ ਨੈਤਿਕਤਾ ਦੀ ਜ਼ਿੰਮੇਵਾਰੀ ਹੈ, ਪੰਜਾਬ ਸਰਕਾਰ ਦੀ ਨੈਤਿਕਤਾ ਦੇ ਆਧਾਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ STF ਦੀ ਰਿਪੋਰਟ ਜਿਹੜੀ ਪੰਜਾਬ ਦੇ ਅਫਸਰਾਂ ਨੇ ਤਿਆਰ ਕੀਤੀ ਤੇ ਅਦਾਲਤ 'ਚ ਸੌਂਪੀ, ਤੇ ਅਦਾਲਤ ਨੇ ਜਿਹਦੇ ਬਾਰੇ ਕਿਹਾ ਹੋਇਆ ਕਿ ਪੰਜਾਬ ਦੀ ਸਰਕਾਰ ਐਕਸ਼ਨ ਲੈ ਸਕਦੀ ਹੈ, ਤੇ ਫਿਰ ਸੂਬੇ ਦੀ ਸਰਕਾਰ ਐਕਸ਼ਨ ਕਿਉਂ ਨਹੀਂ ਲੈਂਦੀ? ਸੂਬੇ ਦੀ ਸਰਕਾਰ ਜਦੋਂ ਇਸ ਰਿਪੋਰਟ ਤੇ ਐਕਸ਼ਨ ਲਊਗੀ, ਇਹਦਾ ਮਤਲਬ ਹੈ ਉਹ ਰਿਪੋਰਟ ਲੋਕਾਂ 'ਚ ਆਊ। ਉਹੀ ਮੰਗ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ ਕਿ ਮੈਂ ਚਾਹੁੰਦਾ ਕਿ STF ਦੀ ਰਿਪੋਰਟ ਨਾ ਕੇਵਲ ਜਨਤਕ ਕੀਤੀ ਜਾਵੇ, ਬਲਕਿ STF ਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ, ਤਾਂ ਕਿ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਨਸ਼ਾ ਵੇਚਣ ਪਿੱਛੇ ਕਿਹੜੇ-ਕਿਹੜੇ ਲੋਕ ਸੀ। ਔਰ ਇਹ ਵੀ ਗੱਲ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਐਲਾਨ ਕਰਤਾ ਕਿ ਅਗਰ ਇਹ ਨਹੀਂ ਕੀਤੀ ਜਾਂਦੀ ਤੇ ਉਹ ਭੁੱਖ ਹੜਤਾਲ ਤੇ ਬਹਿ ਜਾਣਗੇ। ਦੇਖੋ, ਨਵਜੋਤ ਸਿੰਘ ਸਿੱਧੂ ਦੀ ਲੜਾਈ ਸਿਧਾਂਤਾਂ ਦੀ ਹੈ। ਪਹਿਲਾਂ ਜਦੋਂ ਅਸਤੀਫਾ ਦਿੱਤਾ, ਕਈ ਲੋਕ ਦੁਚਿੱਤੀ 'ਚ ਪੈ ਗਏ। ਵਿਰੋਧੀ ਨਵਜੋਤ ਸਿੰਘ ਸਿੱਧੂ ਦੇ ਖੁਸ਼ ਹੋ ਗਏ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰੀ ਆਪ ਕੁਹਾੜਾ ਮਾਰ ਲਿਆ। ਪਰ ਨਵਜੋਤ ਸਿੰਘ ਸਿੱਧੂ ਨੇ ਤਾਂ ਪੰਜਾਬ ਦਾ ਹਿੱਤ ਦੇਖਿਆ। ਔਰ ਹੁਣ ਜਿਹੜੇ ਲੋਕ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਗਲਤ ਹੈ, ਹੁਣ ਉਹੀ ਲੋਕ ਪੰਜਾਬ ਦੇ ਨਵਜੋਤ ਸਿੰਘ ਸਿੱਧੂ ਦੀ ਧਿਰ ਬਣ ਗਏ। ਆਮ ਲੋਕ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨਾਲ ਸਹਿਮਤ ਹੋ ਗਏ ਕਿ ਮੁੱਦਿਆਂ ਤੇ ਸਿਆਸਤ ਨਵਜੋਤ ਸਿੰਘ ਸਿੱਧੂ ਕਰਦੇ ਨੇ, ਅਹੁਦੇ ਦੇ ਲਾਲਚੀ ਨਹੀਂ ਨਵਜੋਤ ਸਿੰਘ ਸਿੱਧੂ ਹੋਰੀ ਚਾਹੁੰਦੇ ਨੇ ਕਿ ਮੁੱਦੇ ਹੱਲ ਹੋਣ। ਉਹਦੇ ਲਈ ਅਹੁਦੇ ਕਿਹੜੀ ਚੀਜ਼ ਹੈ? ਅਹੁਦਿਆਂ ਨੂੰ ਵੈਸੇ ਹੀ ਨਵਜੋਤ ਸਿੰਘ ਸਿੱਧੂ ਨੇ ਕਦੀ ਤਵੱਜੋ ਨਹੀਂ ਦਿੱਤੀ। ਇੰਨੀ ਜ਼ਿੰਦਗੀ ਨਵਜੋਤ ਸਿੰਘ ਸਿੱਧੂ ਨੇ 2007-08 'ਚ ਸਿਆਸਤ 'ਚ ਆਏ, ਅਟਲ ਬਿਹਾਰੀ ਵਾਜਪੇਈ ਉਹਨਾਂ ਨੂੰ ਲੈ ਕੇ ਆਏ, BJP ਤੋਂ ਚੋਣ ਲੜੇ, MP ਬਣੇ 3-4 ਵਾਰ, ਰਾਜ ਸਭਾ ਦੀ ਮੈਂਬਰੀ ਛੱਡਤੀ, ਬੱਚੇ ਨੂੰ ਪੰਜਾਬ ਦੇ ਨੂੰ ਪਤਾ ਹੈ, ਫਿਰ ਮੰਤਰੀ ਦਾ ਅਹੁਦਾ ਛੱਡਤਾ, ਸਰਕਾਰੀ ਕੋਠੀ ਛੱਡਤੀ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਲਈ STF ਦੀ ਰਿਪੋਰਟ ਤੇ ਜਿਹੜਾ ਸੰਘਰਸ਼ ਹੈ ਜਗਦੀਸ਼ ਜੀ, ਉਹ ਸਿਧਾਂਤਿਕ ਹੈ, ਉਹ ਨੈਤਿਕ ਕਦਰਾਂ ਕੀਮਤਾਂ ਦਾ ਸੰਘਰਸ਼ ਹੈ। ਉਹ ਸੰਘਰਸ਼ ਕੋਈ ਆਪਣੀ ਚੌਧਰ ਦਾ ਨਹੀਂ। ਅਸਤੀਫਾ ਕੌਣ ਦੇ ਕੇ ਖੁਸ਼ ਹੁੰਦਾ? ਪਰ ਕਿਉਂਕਿ ਜਿੱਥੇ ਗੱਲ ਮੁੱਦਿਆਂ ਦੇ ਹੱਲ ਹੋਣ 'ਚ ਰੁਕਾਵਟ ਵਾਲੀ ਹੋਵੇ ਤੇ ਉੱਥੇ ਨਵਜੋਤ ਸਿੰਘ ਸਿੱਧੂ ਲਈ ਅਹੁਦਾ ਕੋਈ ਮਾਇਨੇ ਨਹੀਂ ਰੱਖਦਾ। ਜੇ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਵੀ ਹੁੰਦੇ ਪੰਜਾਬ ਦੇ ਤੇ ਇਹ ਮਸਲਾ ਹੱਲ ਨਾ ਹੁੰਦਾ ਤੇ ਉਹਨਾਂ ਨੇ ਤਾਂ ਵੀ ਚੈਲੰਜ ਕਰ ਦੇਣਾ ਸੀ ਵੀ ਅਗਰ ਸਾਡੀ ਅਫਸਰ ਲੌਬੀ STF ਦੀ ਰਿਪੋਰਟ ਤੇ ਕਾਰਵਾਈ ਨਹੀਂ ਕਰਦੀ ਤੇ ਫਿਰ ਮੈਂ ਛੱਡ ਦੂੰ ਅਹੁਦਾ। ਨਵਜੋਤ ਸਿੰਘ ਸਿੱਧੂ ਮਸਲੇ ਦੇ ਹੱਲ ਕਰਨ ਦੇ ਲਈ ਜਾਂ ਕਰਾਉਣ ਦੇ ਲਈ ਕਿਸੇ ਵੀ ਹੱਦ ਤੱਕ ਡੈਮੋਕ੍ਰੈਟਿਕ ਸੈਟਅਪ ਦੇ ਤਹਿਤ ਜਾ ਸਕਦੇ ਨੇ। ਔਰ ਇਸ ਕਰਕੇ ਜੀ ਕਿਸਾਨੀ ਮੁੱਦੇ ਨੂੰ ਲੈ ਕੇ ਵੀ ਸਿੱਧੂ ਸਾਹਿਬ ਬੋਲੇ ਨੇ MSP। ਪਰ ਪਹਿਲਾਂ ਗੱਲ ਵੀ ਜ਼ਰੂਰ ਸੁਣਾ ਦਿਓ ਇੱਕ ਵਾਰੀ। ਨਵਜੋਤ ਸਿੰਘ ਸਿੱਧੂ ਨੇ ਜਿਹੜੀ ਗੱਲ ਕਹੀ ਹੈ ਕਿ ਅਗਰ STF ਦੀ ਰਿਪੋਰਟ ਜਨਤਕ ਨਹੀਂ ਹੁੰਦੀ ਤੇ ਉਹ ਭੁੱਖ ਹੜਤਾਲ ਤੇ ਚਲੇ ਜਾਣਗੇ। ਮੈਂ ਉਸ ਰੈਲੀ 'ਚ ਮੌਜੂਦ ਰਿਹਾ। ਜਗਦੀਸ਼ ਜੀ, ਗਗਨ ਜੀ ਦਾ ਨਾਮ ਮੈਨੂੰ ਬਾਰ-ਬਾਰ ਯਾਦ ਆਉਂਦਾ ਰਹਿੰਦਾ। ਸਾਡੇ ਸਾਥੀ ਨੇ, ਛੇਤੀ ਸਾਡੇ ਨਾਲ ਜੁੜਨਗੇ ਆਉਂਦੇ ਮਹੀਨਿਆਂ 'ਚ। ਜਗਦੀਸ਼ ਜੀ, ਨਵਜੋਤ ਸਿੰਘ ਸਿੱਧੂ ਦੇ ਨਾਲ ਉਸ ਰੈਲੀ 'ਚ ਮੈਂ ਮੌਜੂਦ ਰਿਹਾ। ਮੈਂ ਦੇਖੀ ਰੈਲੀ ਬਤੌਰ ਪੱਤਰਕਾਰ। ਉਸ ਰੈਲੀ 'ਚ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲਾਂ ਕੀਤੀਆਂ, ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਹੱਥ ਖੜੇ ਕਰਕੇ ਆਪਣਾ ਸਮਰਥਨ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ। ਰੈਲੀ 'ਚ ਮੌਜੂਦ ਹਰ ਵਿਅਕਤੀ ਹੀ ਨਵਜੋਤ ਸਿੰਘ ਸਿੱਧੂ ਦੀ ਇਸ ਗੱਲ ਨਾਲ ਸਹਿਮਤ ਸੀ ਕਿ ਬੇਅਦਬੀ ਦੇ ਮਸਲਿਆਂ ਤੇ ਕਾਰਵਾਈ ਹੋਣੀ ਚਾਹੀਦੀ, ਇਨਸਾਫ ਹੋਣਾ ਚਾਹੀਦਾ ਹੈ।
ਇਨਸਾਫ ਅਦਾਲਤਾਂ ਨੇ ਦੇਣਾ ਹੈ, ਪਰ ਸਰਕਾਰਾਂ ਦੀ ਕਾਰਵਾਈ ਦੀ ਮਨਸ਼ਾ ਤਾਂ ਦਿਖੇ। ਸੁਖਜਿੰਦਰ ਰੰਧਾਵਾ ਜੀ ਔਰ ਚਰਨਜੀਤ ਚੰਨੀ ਜੀ ਜਿੰਨੇ ਰੋਜ਼ ਮੰਚਾਂ ਤੇ ਜਾਂਦੇ ਆ, ਕਿ ਅੱਜ ਸੁਖਜਿੰਦਰ ਰੰਧਾਵਾ ਜੀ ਹਰ ਮੰਚ ਤੇ ਐਲਾਨ ਕਰਦੇ ਆ ਕਿ ਮੈਂ ਇਨਸਾਫ ਕਰਾ ਕੇ ਹਟੂੰਗਾ ਬੇਅਦਬੀ ਦੇ ਮਾਮਲਿਆਂ ਦਾ, ਜਿਵੇਂ ਮੈਂ ਵਾਅਦਾ ਕੀਤਾ ਸੀ। ਕਿ ਚਰਨਜੀਤ ਚੰਨੀ ਜੀ ਔਰ ਰੰਧਾਵਾ ਜੀ ਹਰ ਮੰਚ ਤੇ ਕਹਿੰਦੇ ਨੇ ਕਿ STF ਦੀ ਰਿਪੋਰਟ ਅਸੀਂ ਹਰ ਹਾਲਤ 'ਚ ਜਲਦ ਖੋਲ੍ਹ ਕੇ ਕਾਰਵਾਈ ਕਰਾਂਗੇ। ਉਹਨਾਂ ਨੂੰ ਕਰਨਾ ਚਾਹੀਦਾ। ਅਗਰ ਉਹ ਨਹੀਂ ਕਰਨਗੇ ਤੇ ਉਹਨਾਂ ਦੀ ਆਪਣੀ ਜਿਹੜੀ ਸਿਆਸੀ ਇੱਜ਼ਤ ਹੈ ਉਹਦੇ ਤੇ ਸਵਾਲ ਖੜੇ ਹੁੰਦੇ ਰਹਿਣੇ ਆ। ਵਿਰੋਧੀ ਤਰ੍ਹਾਂ ਕਿਹਦੇ ਤੇ ਸਵਾਲ ਕਰ ਰਹੀਆਂ ਨੇ? ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਤੇ। ਨਵਜੋਤ ਸਿੰਘ ਸਿੱਧੂ ਦੀ ਤਾਂ ਵਿਰੋਧੀ ਵੀ ਤਾਰੀਫ ਕਰਦੇ ਨੇ ਜੀ, ਅਰਵਿੰਦ ਕੇਜਰੀਵਾਲ ਤਾਰੀਫ ਕਰ ਗਿਆ। ਵਿਰੋਧੀ ਧਿਰਾਂ ਦੇ ਲੋਕ ਤਾਰੀਫ ਕਰਦੇ ਨੇ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਮੁੱਦਿਆਂ ਨੂੰ ਚੱਕ ਰਹੇ ਨੇ ਜਿਹੜੇ ਮੁੱਦੇ ਲੋਕਾਂ ਦੇ ਨੇ। ਸੋ ਇਸ ਕਰਕੇ ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ, ਸਾਰੀ ਸਰਕਾਰ ਅੱਗੇ ਬਹੁਤ ਵੱਡਾ ਸਵਾਲ ਹੈ। ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਨੇ ਔਰ ਬਤੌਰ ਪ੍ਰਧਾਨ ਪੰਜਾਬ ਦੇ ਲੋਕਾਂ ਦੀ, ਕਾਂਗਰਸ ਪਾਰਟੀ ਦੇ ਵਲੰਟੀਅਰਸ ਦੀ ਰਾਏ ਔਰ ਉਹਨਾਂ ਦੀ ਸੋਚ, ਮੰਗ, ਰਾਏ ਦੇ ਮੁਤਾਬਕ ਪਾਰਟੀ ਦੀ ਜਿਹੜੀ ਗਤੀਵਿਧੀ ਆ ਉਹਨੂੰ ਤੈਅ ਕਰਨਾ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਫਰਜ਼ ਹੈ ਔਰ ਨਵਜੋਤ ਸਿੰਘ ਸਿੱਧੂ ਉਹ ਫਰਜ਼ ਨਿਭਾ ਰਹੇ ਨੇ। ਇਸੇ ਕਰਕੇ ਉਹਨਾਂ ਨੇ ਆਪਣੀ ਸਰਕਾਰ ਤੋਂ ਇਹ ਮੰਗ ਕੀਤੀ ਹੈ, ਚੁਣੌਤੀ ਨਹੀਂ ਕੀਤੀ। ਮੈਂ ਬਹੁਤ ਸਾਰਾ ਮੀਡੀਆ ਦਾ ਹਿੱਸਾ ਦੇਖਦਾ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਾਰਟੀ ਦੀ ਸਰਕਾਰ 'ਤੇ ਸਵਾਲ ਖੜੇ ਕਰਤੇ। ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ 'ਚ ਕਿਸੇ ਵੀ ਪਾਰਟੀ ਦਾ ਪ੍ਰਧਾਨ ਮੰਗ ਕਰ ਸਕਦਾ। ਨਵਜੋਤ ਸਿੰਘ ਸਿੱਧੂ ਨੇ ਮੰਗ ਕੀਤੀ ਹੈ ਔਰ ਸਾਡਾ ਹੱਕ ਹੈ, ਡੈਮੋਕ੍ਰੈਟਿਕ ਰਾਈਟ ਹੈ। ਅਸੀਂ ਭੁੱਖ ਹੜਤਾਲਾਂ ਕਰਦੇ ਹਾਂ, ਸਾਡੇ ਮੁਲਾਜ਼ਮ ਵੀ ਕਰਦੇ ਨੇ। ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਮੁਲਾਜ਼ਮਾਂ ਦੀਆਂ ਭੁੱਖ ਹੜਤਾਲਾਂ ਤੁੜਵਾਓ, ਉਹਨਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰੋ। ਨਵਜੋਤ ਸਿੰਘ ਸਿੱਧੂ ਦੀ ਮੰਗ ਵੀ ਜਾਇਜ਼ ਹੈ। STF ਦੀ ਰਿਪੋਰਟ ਬਣੀ ਹੈ, ਅਦਾਲਤ 'ਚ ਸੌਂਪੀ, ਅਦਾਲਤ ਕਹਿੰਦੀ ਇਹਦੇ 'ਤੇ ਤੁਸੀਂ ਕਾਰਵਾਈ ਕਰ ਸਕਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ। ਫਿਰ ਉਹ STF ਦੀ ਰਿਪੋਰਟ 2018 ਤੋਂ ਬਾਅਦ ਸੂਬੇ ਦੀ ਸਰਕਾਰ ਨੇ ਅਮਲ ਅਧੀਨ ਕਿਉਂ ਨਹੀਂ ਲਿਆਂਦੀ? ਜੇ ਕਿਸੇ ਗਰੀਬ ਦਾ ਪੁੱਤ ਚੱਕਣਾ ਹੁੰਦਾ ਤਾਂ ਸੂਬੇ ਦੀ ਸਰਕਾਰ ਨੇ ਤੁਰੰਤ DGP ਨੂੰ ਕਹਿ ਦੇਣਾ ਸੀ ਵੀ ਚੱਕ ਲਓ ਜੀ, ਟੱਬਰ ਚੱਕ ਲਿਆਉਂਦੇ ਪੁਲਿਸ ਦੇ ਅਫਸਰ। ਹੁਣ ਪੁਲਿਸ ਦੇ ਅਫਸਰ ਜਾਇਜ਼ ਕੰਮ ਵੀ ਕਰਦੇ ਨੇ, ਪਰ ਕਈ ਵਾਰੀ ਪੋਲੀਟੀਕਲ ਦਬਾਅ ਤਹਿਤ ਗੈਰ ਜਾਇਜ਼ ਕੰਮ ਵੀ ਕਰ ਜਾਂਦੇ ਨੇ। ਪਰ STF ਦੀ ਰਿਪੋਰਟ 'ਤੇ ਕੰਮ ਕਰਨਾ ਤਾਂ ਜਾਇਜ਼ ਹੈ ਨਾ। ਇੱਥੇ ਪੁਲਿਸ ਦਾ, ਮੈਂ ਤਾਂ ਕਹਿੰਦਾ ਕੋਈ ਪੁਲਿਸ ਦਾ ਅਫਸਰ ਹੀ ਸਾਡਾ, ਜਿਵੇਂ ਅੱਜ ਕੱਲ੍ਹ ਫਿਲਮਾਂ 'ਚ ਅਫਸਰ ਦਿਖਦੇ ਆ ਨਾ, ਅਜੇ ਦੇਵਗਨ ਬਣਦਾ, ਕਈ ਵਾਰੀ ਸਲਮਾਨ ਖਾਨ ਬਣਦਾ ਹੈ ਨਾ। ਕੀ ਕਹਿੰਦੇ ਹੁੰਦੇ ਉਹ ਅਫਸਰਾਂ ਨੂੰ ਜਿਹੜੇ ਫਿਲਮਾਂ 'ਚ ਬਣਦੇ ਨੇ? ਉਹ ਮੈਨੂੰ ਨਾਂ ਨਹੀਂ ਯਾਦ ਆਉਂਦਾ। ਸੁਪਰ ਕਾਪ ਕਹਿੰਦੇ, ਸੁਪਰ ਕਾਪ ਕਹਿ ਲਓ। ਹਾਂ, ਸਾਡੇ ਬੜੇ ਸੁਪਰ ਕਾਪ ਨੇ, ਪਰ ਉਹ ਮਜਬੂਰੀ 'ਚ ਨੇ। ਸੋ ਰੱਬ ਉਹਨਾਂ ਨੂੰ ਵੀ ਤਾਕਤ ਦੇਵੇ ਕਿ ਜਿਹੜੇ ਉਹ ਸੁਪਰ ਕਾਪ ਨੇ ਉਹ ਆਪਣੀ ਤਾਕਤ ਨੂੰ ਸੁਪਰ ਬਣਾ ਕੇ ਰੱਖਣ, ਪਰਮਾਤਮਾ ਦਾ ਹਾਜ਼ਰ ਨਾਜ਼ਰ ਜਾਣ ਕੇ ਆਪਣਾ ਕੰਮ ਕਰਨ ਔਰ ਕਰ ਦੇਣ ਕਾਰਵਾਈਆਂ। ਤੇ ਉਸ ਗੁਰੂ ਦੀ ਬੇਅਦਬੀ ਦਾ ਅੱਜ ਇਨਸਾਫ ਫੇਰ ਮੰਗਦਾ ਨਵਜੋਤ ਸਿੰਘ ਸਿੱਧੂ। ਇੱਕ ਸਰਕਾਰ ਬਣੀ ਤੇ ਇੱਕ ਲੱਥੀ, ਇੱਕ ਮੁੱਖ ਮੰਤਰੀ ਲੱਥਾ ਤੇ ਦੂਜਾ ਬਣਿਆ। ਤੇ ਮੈਂ ਤੁਹਾਨੂੰ ਕਹਿੰਦਾ, ਜੇ ਗੁਰੂ ਦਾ ਬੇਇਨਸਾਫੀ ਦਾ ਇਨਸਾਫ ਨਾ ਦਿੱਤਾ ਤੇ ਸਿੱਧੂ ਆਪਣੀ ਦੇਹੀ ਦਾਂ ਦੇ ਉੱਤੇ ਲਾਊ, ਦੇਹੀ ਦਾਂ ਦੇ ਉੱਤੇ ਲਾਊ। ਮੇਰੀ ਗੱਲ ਯਾਦ ਰੱਖਿਓ। ਅੱਜ ਬਰਾੜ ਸਾਹਿਬ ਨੂੰ ਕਹਿ ਰਿਹਾ, ਇਹ ਆਪਣੇ ਛੋਟੇ ਭਾਈ ਨੂੰ ਕਹਿ ਰਿਹਾ, ਪੰਜਾਬ ਦੀ ਆਤਮਾ ਹੈ, ਸਾਡੀ ਪੱਗ ਹੈ, ਸਾਡਾ ਮਾਈ ਬਾਪ ਹੈ। ਤੇ ਜਿਨ੍ਹਾਂ ਨੇ ਕੀਤੀ ਉਹ ਮੁਨਸਪੈਲਿਟੀ ਦੇ ਸਾਂਢਾਂ ਵਾਂਗੂ ਘੁੰਮੇ ਫਿਰਦੇ ਆ। ਤੇ ਫਿਰ ਕਾਹਦੀ ਸਰਕਾਰ ਜਿਹੜੀ ਉਹਨਾਂ ਨੂੰ ਟੰਗ ਨਾ ਸਕੇ? ਤੇ ਮੈਂ ਅੱਜ ਤੁਹਾਨੂੰ ਕਹਿਣਾ, ਜੇ ਇਹ ਰਿਪੋਰਟ ਨਾ ਖੋਲੀ ਪੰਜਾਬ ਸਰਕਾਰ ਨੇ ਤੇ ਨਵਜੋਤ ਸਿੰਘ ਸਿੱਧੂ ਆਪਣੀ ਦੇਹੀ ਦਾਅ ਦੇ ਉੱਤੇ ਲਾਓ, ਮਰਨ ਵਰਤ ਦੇ ਉੱਤੇ ਜਾਓ। ਕਹਿੰਦਾ ਤੁਹਾਨੂੰ, ਜੇ ਰਿਪੋਰਟ ਪੰਜਾਬ ਸਰਕਾਰ ਨੇ ਨਾ ਖੋਲੀ, ਮੈਂ ਕਿਹਾ ਇਹ ਪਤਾ ਲੱਗੇ, ਮੈਂ ਕਹਿੰਦਾ ਜੇ ਪਤਾ ਲੱਗੇ ਕਿ ਪਿਛਲਾ ਮੁੱਖ ਮੰਤਰੀ 4.5 ਸਾਲ ਤੇ ਸੁੱਤਾ ਕਿਉਂ ਪਿਆ ਰਿਹਾ, ਇਹ ਪਤਾ ਲੱਗੇ ਕਿ ਹੋਮ ਮਿਨਿਸਟਰ ਤੇ ਸੁੱਤਾ ਕਿਉਂ ਪਿਆ ਰਿਹਾ, ਇਹ ਪਤਾ ਲੱਗੇ ਹੁਣ ਤਾਂ ਸਰਕਾਰ ਤੁਹਾਡੀ ਆ। ਡੱਲਾ ਸਾਹਿਬ, ਕਿਸਾਨੀ ਮੁੱਦੇ ਤੇ ਵੀ ਬੜਾ ਸੰਜੀਦਾ ਬਿਆਨ ਦਿੱਤਾ ਸਿੱਧੂ ਸਾਹਿਬ ਨੇ। ਕਹਿੰਦੇ MSP ਦਾ ਜਿਹੜਾ ਗਰੰਟੀ ਕਾਨੂੰਨ ਹੈ ਉਹ ਲਿਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਿਸਾਨਾਂ ਨੇ ਇਹ ਸੰਘਰਸ਼ ਤਾਂ ਜਿੱਤ ਲਿਆ ਜਿਹੜਾ ਖੇਤੀ ਕਾਨੂੰਨਾਂ ਵਾਲਾ, ਔਰ ਕ੍ਰੈਡਿਟ ਕਿਸਾਨਾਂ ਨੂੰ ਹੀ ਜਾਂਦਾ, ਕਿਸੇ ਸਿਆਸੀ ਪਾਰਟੀ ਨੂੰ ਇਸ ਜਿੱਤ ਦਾ ਕ੍ਰੈਡਿਟ ਨਹੀਂ ਜਾਂਦਾ। ਸਿੱਧੂ ਸਾਹਿਬ ਨੇ ਇਹ ਵੀ ਕਹਿ ਦਿੱਤਾ ਕਿ ਹਾਲੇ ਲੜਾਈ ਲੜਨੀ ਬਾਕੀ ਹੈ। ਇਹ ਦੱਸੋ ਕਿ ਹੁਣ ਕਿਹੜੀ ਲੜਾਈ ਕਿਸਾਨਾਂ ਲਈ ਲੜਨੀ ਅਜੇ ਬਾਕੀ ਰਹਿ ਗਈ? ਸਿੱਧੂ ਦੇਖੋ, ਸਪਸ਼ਟ ਤੌਰ ਤੇ ਭਾਵ ਸਮਝੋ ਨਵਜੋਤ ਸਿੰਘ ਸਿੱਧੂ ਹੋਰਾਂ ਦਾ। ਪਹਿਲੀ ਗੱਲ,
ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਕਿਸਾਨ ਸਾਡੇ ਸਿਰ ਦਾ ਤਾਜ ਹੈ, ਅੰਨਦਾਤਾ ਹੈ। ਭਾਰਤ ਦੀ ਸਰਕਾਰ ਹੋਵੇ, ਸੂਬੇ ਦੀ ਸਰਕਾਰ ਹੋਵੇ, ਸਾਰੇ ਮੰਨਦੇ ਨੇ ਕਿ ਕਿਸਾਨ ਸਾਡਾ ਅੰਨਦਾਤਾ ਹੈ ਅਤੇ ਅਸੀਂ ਕਿਸਾਨਾਂ ਦੇ ਭਲੇ ਲਈ ਕੰਮ ਕਰਨਾ ਹੈ। ਖੇਤੀ ਕਾਨੂੰਨ ਜਿਹੜੇ ਰਿਪੀਲ ਕੀਤੇ ਨੇ ਹੁਣ ਕੈਬਨਿਟ 'ਚ, ਦੇਸ਼ ਦੇ ਮੰਤਰੀ ਮੰਡਲ ਨੇ ਵੀ ਉਹਨਾਂ ਨੂੰ ਮਨਜ਼ੂਰੀ ਦਿੱਤੀ। ਪਾਰਲੀਮੈਂਟ ਦਾ ਸੈਸ਼ਨ ਆਊਗਾ, ਉਹਦੇ 'ਚ ਕਾਨੂੰਨ ਰੱਦ ਹੋ ਕੇ ਜਿਹੜਾ ਹੈਗਾ ਗੱਲ ਅੱਗੇ ਵਧੂਗੀ। ਪਰ ਇਹ ਜਿਹੜੇ ਕਾਨੂੰਨ ਰੱਦ ਵੀ ਹੋਏ ਨੇ ਕੈਬਨਿਟ ਦੇ ਵਿੱਚ ਜਾਂ ਰਿਪੀਲ ਹੋਣ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ 'ਤੇ, ਨਰਿੰਦਰ ਮੋਦੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ। ਪਰ ਇਹ ਕਿਸਾਨਾਂ ਦੀ ਮੰਗ ਪੂਰੀ ਹੋਈ ਹੈ, ਕਿਸਾਨਾਂ ਦੇ ਦਬਾਅ, ਕਿਸਾਨਾਂ ਦੇ ਅੰਦੋਲਨ ਕਰਕੇ ਇਹ ਕਾਨੂੰਨ ਰੱਦ ਹੋਏ ਨੇ। ਜਿਹੜੇ ਵਿਧਾਨ ਸਭਾ ਦੇ ਵਿੱਚ, ਜਿਹੜੇ ਦੇਸ਼ ਦੀ ਮੰਤਰੀ ਮੰਡਲ ਦੀ ਬੈਠਕ 'ਚ ਵੀ ਫੈਸਲਾ ਹੋਇਆ। ਹਾਲਾਂਕਿ ਪਾਰਲੀਮੈਂਟ 'ਚ ਰੱਦ ਹੋਣਗੇ ਕਾਨੂੰਨ, ਤਾਂ ਇਹ ਕਾਨੂੰਨਾਂ ਨੂੰ ਪਾਰਲੀਮੈਂਟ 'ਚ ਹੀ ਰੱਦ ਕੀਤਾ ਜਾ ਸਕਦਾ ਹੈ। ਪਰ ਇਹ ਜਿੱਤ ਕਿਸਾਨੀ ਦੀ ਹੋਈ ਹੈ। ਉਹ ਠੀਕ ਹੈ ਕਿ ਸਰਕਾਰ ਕਿਸਾਨੀ ਦੀ ਗੱਲ ਸਮਝੀ, ਲੇਟ ਸਮਝੀ, ਪਹਿਲਾਂ ਸਮਝ ਆਉਂਦੀ ਸਰਕਾਰ ਹੋਰ ਚੰਗੀ ਵਾਲੀ ਗੱਲ ਸੀ। ਕਹਿੰਦੇ ਨੇ ਦੇਰ ਆਏ ਦੁਰਸਤ ਆਏ। ਹੁਣ ਉਮੀਦ ਕਰਦੇ ਹਾਂ ਕਿ ਮੋਦੀ ਸਾਹਿਬ ਕਿਸਾਨਾਂ ਦੀ ਸਹਿਮਤੀ ਦੇ ਨਾਲ, ਕਿਸਾਨਾਂ ਨੂੰ ਕੌਨਫੀਡੈਂਸ 'ਚ ਲੈ ਕੇ, ਕਮੇਟੀਆਂ 'ਚ ਲੈ ਕੇ, ਕਿਸਾਨਾਂ ਦੀ ਗੱਲ ਸੁਣ ਕੇ, ਕਿਸਾਨਾਂ ਦੀ ਮਰਜ਼ੀ ਦੇ ਨਾਲ, ਉਹਨਾਂ ਦੀਆਂ ਸਿਫਾਰਿਸ਼ਾਂ ਸੁਝਾਵਾਂ ਦੇ ਨਾਲ ਔਰ ਆਪਣੇ ਅਧਿਕਾਰੀਆਂ ਦੇ ਸਿਫਾਰਿਸ਼ਾਂ ਸੁਝਾਵਾਂ ਦੇ ਨਾਲ ਨਵੇਂ ਸਿਰੇ ਤੋਂ ਕਾਨੂੰਨਾਂ ਦਾ ਨਿਰਮਾਣ ਕਰਨਗੇ, ਜਿਹਦੇ ਨਾਲ ਪੰਜਾਬ ਦਾ ਕਿਸਾਨ ਖੁਸ਼ ਹੋਊ, ਦੇਸ਼ ਦਾ ਕਿਸਾਨ ਖੁਸ਼ ਹੋਊ ਔਰ ਖੇਤੀ ਆਰਥਿਕਤਾ ਅੱਗੇ ਵਧੂਗੀ। ਔਰ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਗੱਲ ਕੀਤੀ ਹੈ, ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਬਿਜਲੀ ਦੀ ਸਬਸਿਡੀ ਹੈ ਉਹਦਾ ਰੂਪ ਬਦਲ ਸਕਦਾ। ਮੁਫਤ ਬਿਜਲੀ ਦੀ ਥਾਂ ਖਾਤਿਆਂ 'ਚ ਪੈਸੇ ਆ ਸਕਦੇ ਨੇ। ਫਿਰ ਖਾਤਿਆਂ 'ਚ ਪੈਸੇ ਸੂਬਾ ਸਰਕਾਰਾਂ ਨੇ ਪਾਉਣੇ ਹੈ। ਸੂਬਾ ਸਰਕਾਰਾਂ ਦੀ ਹਾਲਤ ਚੰਗੀ ਨਹੀਂ, ਖਾਸ ਤੌਰ 'ਤੇ ਪੰਜਾਬ ਦੀ। ਇਹ ਨਾ ਹੋਵੇ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਖਾਤਿਆਂ 'ਚ ਬਿਜਲੀ ਮਾਫੀ ਦੀ ਸਬਸਿਡੀ ਪਾ ਹੀ ਨਾ ਸਕੇ। ਇਹ ਸਵਾਲ ਚਿੰਤਾਜਨਕ ਬਣ ਸਕਦਾ। ਇਹਦੇ 'ਤੇ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਗੱਲ ਰੱਖੀ ਹੈ। ਨੀਤੀ ਨਾਲ ਉੱਤੇ ਉੱਠੂ ਤੇ ਮੇਰੇ ਵੀਰੋ, ਮੈਂ ਤੁਹਾਨੂੰ ਅੱਜ ਟਿਕਾ ਕੇ ਕਹਿ ਰਿਹਾ, ਸੁਣ ਲਓ ਮੇਰੀ ਗੱਲ। ਅੱਜ ਕਾਲੇ ਕਾਨੂੰਨ ਦਾ ਵਾਪਸ ਹੋ ਗਏ। ਤੁਸੀਂ ਜਿੱਤ ਲਈ। ਇਹ ਕਿਸੇ ਦੀ ਜਿੱਤ ਨਹੀਂ। ਜੇ ਕੋਈ ਪੋਲਿਟਿਕਸ ਵਾਲਾ ਕਹੇ ਕਿ ਮੇਰੀ ਜਿੱਤ ਹੈ, ਬਿਲਕੁਲ ਨਹੀਂ। ਇਹ ਸੰਯੁਕਤ ਕਿਸਾਨ ਮੋਰਚੇ ਦੀ ਜਿੱਤ ਹੈ, ਇਹ ਕਿਸਾਨਾਂ ਦੀ ਜਿੱਤ ਹੈ, ਇਹ ਤੁਹਾਡੀ ਪੱਗ ਦੀ ਜਿੱਤ ਹੈ, ਇਹ ਤੁਸੀਂ ਜਿੱਤੇ। ਲੇਕਿਨ ਇਹ ਜਿੱਤ ਵੀ ਅਧੂਰੀ ਹੈ। ਇਹ ਜਿੱਤ ਵੀ ਅਧੂਰੀ ਹੈ। ਇਹ ਲੋਕ ਐਸਾ षड्यंत्र ਕਰ ਰਹੇ हैं और ਇਹ ਸਭ ਤੋਂ ਵੱਡੀ ਗੱਲ ਹੈ, ਇਹਨੂੰ ਧਿਆਨ ਨਾਲ ਸੁਣੋ। ਇਹ ਸਭ ਤੋਂ ਵੱਡਾ षड्यंत्र ਹੈ। ਮਿੱਤਰ ਪਿਆਰਿਓ, ਇਹਨਾਂ ਨੇ ਕਾਨੂੰਨ ਤਾਂ ਵਾਪਸ ਲੈ ਲਏ, ਪਰ ਕੀ ਤੁਹਾਨੂੰ ਖਰੀਦ ਦੀ ਗਾਰੰਟੀ ਦਿੱਤੀ ਹੈ? ਦੱਸੋ। ਤੁਸੀਂ ਕਣਕ ਬੀਜਦੇ ਹੋ, ਤੁਸੀਂ ਝੋਨਾ ਬੀਜਦੇ ਹੋ, 1 ਕਿਲੋ ਝੋਨੇ ਦੇ ਪਿੱਛੇ 5000 ਲੀਟਰ ਪਾਣੀ ਲਾਉਂਦੇ ਹੋ, ਕਰਜ਼ੇ ਲੈ ਕੇ ਟਿਊਬਵੈੱਲ ਲੈਂਦੇ ਹੋ, ਪਾਣੀ ਨੀਵਾਂ ਜਾਂਦਾ, ਕਰਜ਼ੇ ਸਿਰ ਚੜੀ ਜਾਂਦੇ, ਖੁਦਕੁਸ਼ੀਆਂ ਹੋਈ ਤੁਰੀ ਜਾਂਦੀਆਂ। ਮੈਨੂੰ ਦੱਸੋ, ਤੁਸੀਂ ਦੱਸੋ ਕਿ ਕੋਈ ਗਾਰੰਟੀ ਦਿੱਤੀ ਹੈ? ਸਵਾਲ ਇਹ ਨਹੀਂ ਵੀ ਕਾਲੇ ਕਾਨੂੰਨ ਪਾਸ ਹੋ ਗਏ, ਵਾਪਸ ਹੋ ਗਏ। ਸਵਾਲ ਇਹ ਹੈ ਵੀ ਤੁਹਾਡੀ MSP ਦੀ ਖਰੀਦ ਦੇ ਉੱਤੇ ਲੀਗਲ ਗਾਰੰਟੀ ਸਰਕਾਰ ਨੇ ਦਿੱਤੀ ਹੈ ਕਿ ਨਹੀਂ ਦਿੱਤੀ? ਜੀ ਡੱਲਾ ਸਾਹਿਬ, ਮੁੱਖ ਮੰਤਰੀ ਚੰਨੀ ਸਾਹਿਬ ਦਾ ਬੜਾ ਘਿਰਾਅ ਹੋ ਰਿਹਾ। ਆਮ ਲੋਕ ਤਾਂ ਸੋਸ਼ਲ ਮੀਡੀਆ ਤੇ ਪੋਸਟਾਂ ਦੇਖਦੇ ਹਾਂ ਅਸੀਂ, ਤਰ੍ਹਾਂ ਦੇ ਉਹਨਾਂ ਦੇ ਐਲਾਨਾਂ ਨੂੰ ਲੈ ਕੇ ਘਿਰਾਓ ਕਰ ਰਹੇ ਨੇ। ਤੇ ਅੱਜ ਭਗਵੰਤ ਮਾਨ ਸਾਹਿਬ ਨੇ ਵੀ ਉਹਨਾਂ ਦਾ ਘਿਰਾਓ ਕਰ ਦਿੱਤਾ। ਕਹਿੰਦੇ ਚੰਨੀ ਜਿਹੜੇ ਆ ਉਹ ਲਗਾਤਾਰ ਦਾਅਵੇ ਕਰੀ ਜਾ ਰਹੇ ਆ, ਪਰ ਉਹਨਾਂ ਦਾ ਕੋਈ ਵੀ ਦਾਅਵਾ ਜਿਹੜਾ ਜ਼ਮੀਨੀ ਪੱਧਰ ਤੇ ਦਿਖਾਈ ਨਹੀਂ ਦੇ ਰਿਹਾ, ਉਹਦਾ ਕੋਈ ਅਸਰ ਨਹੀਂ ਹੋ ਰਿਹਾ ਤੇ ਲੋਕਾਂ ਦੇ ਵਿੱਚ ਵੀ ਸਵਾਲ ਖੜੇ ਹੋ ਰਹੇ ਆ ਦਾਅਵਿਆਂ ਨੂੰ ਲੈ ਕੇ। ਬਿਲਕੁਲ, ਭਗਵੰਤ ਮਾਨ ਉਹਨਾਂ ਨੇ ਇਹ ਵੀ ਕਿਹਾ ਕਿ ਚਰਨਜੀਤ ਚੰਨੀ ਐਲਾਨ ਕਰਨ ਵਾਲੇ ਮੁੱਖ ਮੰਤਰੀ ਨੇ। ਦੇਖੋ, ਭਗਵੰਤ ਮਾਨ ਵੀ ਲੋਕ ਨੁਮਾਇੰਦੇ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਚਰਨਜੀਤ ਚੰਨੀ ਹੋਣੇ ਜਿਹੜਾ ਐਲਾਨ ਕਰਦੇ ਨੇ, ਉਹ ਐਲਾਨ ਕਰਨ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰਨ ਕਿ ਇਹਦਾ ਨੋਟੀਫਿਕੇਸ਼ਨ ਕਦੋਂ ਜਾਰੀ ਹੋਏਗਾ। ਅਤੇ ਜਦੋਂ ਮੰਚਾਂ 'ਤੇ ਜਾ ਕੇ ਚਰਨਜੀਤ ਚੰਨੀ ਐਲਾਨ ਕਰਦੇ ਨੇ ਨਵੇਂ, ਅਤੇ ਚਰਨਜੀਤ ਚੰਨੀ ਉਹਨਾਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਰੈਲੀ 'ਚ ਜਾਣ, ਪੁਰਾਣੇ ਐਲਾਨ ਦੇ ਨੋਟੀਫਿਕੇਸ਼ਨ ਦੀ ਕਾਪੀ ਅਗਲੀ ਰੈਲੀ 'ਚ ਲੋਕਾਂ ਦੇ ਸਾਹਮਣੇ ਰੱਖ ਦੇਣ ਵੀ ਆਹ 15 ਦਿਨ ਪਹਿਲਾਂ ਮੈਂ ਐਲਾਨ ਕੀਤਾ ਸੀ, ਆਹ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਭਰਾਵੋ। ਅਤੇ ਉਹ ਜਿਹੜੀ ਮੈਂ ਗੱਲ ਕਹੀ ਸੀ ਉਹ ਲਾਗੂ ਹੋ ਗਈ। ਅੱਜ ਦੀ ਜਿਹੜੀ ਸਿਆਸਤ ਹੈ ਨਾ, ਨਵਜੋਤ ਸਿੰਘ ਸਿੱਧੂ ਵੀ ਇਹੀ ਜਾਗਰਤ ਕਰ ਰਿਹਾ ਕਿ ਐਲਾਨਾਂ ਨਾਲ, ਲਾਰਿਆਂ ਨਾਲ, ਵਾਅਦਿਆਂ ਨਾਲ ਵੋਟਾਂ ਮੰਗਣ ਮੈਂ ਨਹੀਂ ਜਾਣਾ। ਔਰ ਸਿੱਧੂ ਨਹੀਂ ਮੰਗਣ ਜਾਊਗਾ, ਲਾਰੇ ਲਾ ਕੇ ਵੋਟਾਂ, ਵਾਅਦੇ ਕਰਕੇ ਵੋਟਾਂ ਮੰਗਣ ਨਹੀਂ ਜਾਊਗਾ, ਠੋਸ ਯੋਜਨਾ ਨਾਲ ਜਾਊਗਾ, ਠੋਸ ਭਰੋਸੇ ਨਾਲ ਜਾਊਗਾ। ਔਰ ਲੋਕ ਨਵਜੋਤ ਸਿੰਘ ਸਿੱਧੂ 'ਤੇ ਭਰੋਸਾ ਕਰਦੇ ਵੀ ਨੇ। ਜਿਹੜੇ ਵੀ ਮੁੱਦੇ ਸੀ ਨਵਜੋਤ ਸਿੰਘ ਸਿੱਧੂ ਨੇ ਛੱਡੇ ਨਹੀਂ, ਉਹਦੇ ਛੱਡ ਤੇ ਸਰਕਾਰਾਂ ਨਾਰਾਜ਼ ਹੋ ਗਈਆਂ, ਪਰ ਸਿੱਧੂ ਨੇ ਮੁੱਦੇ ਨਹੀਂ ਛੱਡੇ। ਹੁਣ ਚਰਨਜੀਤ ਚੰਨੀ ਹੋਣਾ ਤੇ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਐਲਾਨ ਕਰੀ ਜਾ ਰਹੇ ਨੇ, ਅਮਲ 'ਚ ਨਹੀਂ ਆਉਂਦੇ। ਸੋ ਇਹ ਚਰਨਜੀਤ ਚੰਨੀ ਹੋਣਾ ਨੂੰ ਜ਼ਰੂਰ ਭਗਵੰਤ ਮਾਨ ਦੀ ਗੱਲ ਸੁਝਾਅ ਦੇ ਰੂਪ 'ਚ ਲੈਣੀ ਚਾਹੀਦੀ ਹੈ।
ਕਈ ਮੁਲਾਜ਼ਮ ਜਥੇਬੰਦੀਆਂ ਵੀ ਹੁਣ ਚਰਨਜੀਤ ਚੰਨੀ ਉਹਨਾਂ ਦਾ ਵਿਰੋਧ ਕਰਦੀਆਂ ਨੇ, ਉਹਨਾਂ ਦਾ ਡੈਮੋਕ੍ਰੈਟਿਕ ਰਾਈਟ ਹੈ। ਪਰ ਚਰਨਜੀਤ ਚੰਨੀ ਉਹਨਾਂ ਨੂੰ ਚਾਹੀਦਾ ਹੈ ਕਿ ਹਰ ਰੈਲੀ 'ਚ ਪੰਜਾਬ ਦੇ ਖਜ਼ਾਨਾ ਮੰਤਰੀ ਨੂੰ ਨਾਲ ਲੈ ਕੇ ਜਾਣ, ਜਿਹੜਾ ਐਲਾਨ ਕਰਨ ਉਹਦਾ ਨੋਟੀਫਿਕੇਸ਼ਨ ਖਜ਼ਾਨਾ ਮੰਤਰੀ ਜਾਂ ਮੁੱਖ ਸਕੱਤਰ ਤੋਂ ਤੁਰੰਤ ਕਰਾਉਣ। ਇਹਦੇ ਨਾਲ ਹੀ ਲੋਕਾਂ 'ਚ ਜਿਹੜਾ ਚਰਨਜੀਤ ਚੰਨੀ ਉਹਨਾਂ ਦਾ ਭਰੋਸਾ ਜ਼ਿਆਦਾ ਬਹਾਲ ਹੋਊਗਾ। ਮੈਂ ਤਾਂ ਦੇਖ ਰਿਹਾ ਸੀ ਕਿ ਕਈ ਅੱਜ ਕੱਲ੍ਹ ਜਿਹੜੇ ਨੇ ਉਹ ਪੋਸਟਰ ਜੇ ਵਾਇਰਲ ਹੋ ਰਹੇ ਨੇ ਚਰਨਜੀਤ ਚੰਨੀ ਉਹਨਾਂ ਦੇ ਐਲਾਨਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ। ਸੋ ਅਗਰ ਚਰਨਜੀਤ ਚੰਨੀ ਐਲਾਨ ਕਰਦੇ ਨੇ ਉਹਨੂੰ ਇੰਪਲੀਮੈਂਟ ਕਰਾਉਣ, ਲਾਗੂ ਕਰਾਉਣ, ਉਹਦੇ 'ਚ ਚਰਨਜੀਤ ਚੰਨੀ ਉਹਨਾਂ ਦੀ ਜ਼ਿਆਦਾ ਸ਼ੋਭਾ ਹੈ। ਇਹ ਕਹਿੰਦੇ 4.5 ਸਾਲ ਦੇ ਕੰਮ ਭੁੱਲ ਜਾਓ ਕੈਪਟਨ ਵਾਲੇ, ਸਿਰਫ 2 ਮਹੀਨਿਆਂ ਦੇ ਕੰਮ ਵੀ ਨਹੀਂ, ਐਲਾਨ। ਉਹ ਜਿਹੜਾ ਨਵਾਂ ਚੱਲਿਆ ਹੁਣ ਐਲਾਨ ਮੰਤਰੀ ਨਵਾਂ ਚੱਲਿਆ, ਕੁਛ ਵੀ ਬੋਲ ਦਿੰਦਾ ਯਾਰ। ਜੇ ਰਿਕਸ਼ੇ ਵਾਲੇ ਚਲੇ ਜਾਣ ਉਹ ਕਹਿੰਦਾ ਹਾਂ ਮੈਂ ਰਿਕਸ਼ਾ ਚਲਾਉਂਦਾ ਰਿਹਾ, ਟੈਂਕ ਵਾਲੇ ਚਲੇ ਜਾਣ ਕਹਿੰਦਾ ਹਾਂ ਮੈਂ ਟੈਂਕ ਲਾਉਂਦਾ ਰਿਹਾ, ਕੋਈ ਵੀ ਚਲੇ ਜਾਓ ਕਹਿੰਦਾ ਮੈਂ ਇਹ ਕੰਮ ਕਰਦਾ ਰਿਹਾ। ਇੱਕ ਦਿਨ ਕਹਿੰਦਾ ਮੈਂ ਮੱਝਾਂ ਚੋਂਦਾ ਰਿਹਾ, ਕਹਿੰਦਾ ਮੈਂ ਮੱਝਾਂ ਨੂੰ ਟੀਕੇ ਵੀ ਲਾ ਲੈਂਦਾ। ਲੈ ਜਿਹੜੇ ਤੁਸੀਂ ਬੈਠੇ ਹੋ 95% ਤੁਸੀਂ ਮੱਝਾਂ ਨੂੰ ਟੀਕੇ ਲਾਉਣ ਜਾਣਦੇ ਹੋ, ਬਣਾਈਏ ਮੁੱਖ ਮੰਤਰੀ ਬਣੂਗਾ। ਕੁਛ ਵੀ ਬੋਲ ਦਿੰਦਾ ਬਈ ਕੰਮ ਤਾਂ ਕਰ, ਖੰਬੇ ਤੇ ਚੜ ਕੇ ਪਲਾਸ ਨਾਲ ਤਾਰਾਂ ਜੋੜਨ ਤਾਂ ਅਸੀਂ ਸਾਰੇ ਜਾਣਦੇ ਹਾਂ, ਕੰਮ ਤਾਂ ਕਰ। ਬਿਜਲੀ ਮਾਫ, ਚਲੋ ਜੀ ਮਾਫ, ਕਿੱਥੋਂ ਮਾਫ ਹੋਈ? ਉਹ ਨੋਟੀਫਿਕੇਸ਼ਨ ਜਾਰੀ ਕਰਨਾ ਪੈਂਦਾ ਹੈ, ਤੁਹਾਨੂੰ ਮਹਿਕਮਾ ਬਣਾਉਣਾ ਪਊਗਾ, ਕਾਗਜ਼ ਹੋਣਗੇ ਉੱਥੇ ਮੁੱਖ ਮੰਤਰੀ ਦੇ ਸਾਈਨ ਹੋਣਗੇ, ਫਿਰ ਕਾਗਜ਼ ਜਾਣਗੇ ਅੱਗੇ, ਫਿਰ ਅਪਰੂਵਲ ਆਊਗੀ, ਖਜ਼ਾਨੇ ਮੰਤਰੀ ਤੋਂ ਅਪਰੂਵਲ ਲਏਗਾ। ਐਂ ਥੋੜੀ ਮਾਫ ਥੋੜੇ ਆ ਜਿਹੜੇ ਹੁਣ ਬਿੱਲ ਆਏ ਨੇ ਇਹ 3 ਰੁਪਏ ਘੱਟ ਕੇ ਆਏ ਨੇ ਜੀ, ਫਿਰ ਐਲਾਨ ਕੀਤਾ ਮਾਫ। ਰੇਤਾ ਚਲੋ ਜੀ ਕਹਿੰਦਾ 5 ਰੁਪਏ, ਉਹ ਕੱਲ ਪਰਸੋਂ ਸਿੱਧੂ ਕਹਿੰਦਾ ਕਿੱਥੋਂ 5 ਰੁਪਏ, ਕਹਿੰਦਾ ਬਾਈ 20 ਰੁਪਏ ਵਿਕਦਾ, ਆਪ ਹੀ ਸਟੇਜ ਤੇ ਲੜ ਪੈਂਦੇ ਨੇ। ਡਾਲਾ ਸਾਹਿਬ ਹੁਣ ਪ੍ਰੋਗਰਾਮ ਨੂੰ ਖਤਮ ਕਰਨ ਦਾ ਵਕਤ ਹੋ ਗਿਆ, ਦਰਸ਼ਕਾਂ ਤੋਂ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਜਗਦੀਸ਼ ਜੀ, ਔਰ ਜਾਂਦੇ ਜਾਂਦੇ ਅਗਰ ਕੋਈ ਖਾਸ ਪੋਲੀਟੀਕਲ ਬਿਆਨ ਨੇ ਉਹ ਵੀ ਜ਼ਰੂਰ ਸੁਣਾ ਦਿਓ ਜੀ। ਬਹੁਤ ਧੰਨਵਾਦ। ਦੇਖੋ ਮੈਂ ਵੀ ਸਕੂਲ 'ਚ ਵੀ ਇਲੈਕਸ਼ਨ ਲੜਿਆ, ਕਾਲਜ 'ਚ ਵੀ, ਬਾਪ ਦਾਦਾ ਦਾ ਮੇਰਾ ਕੋਈ ਐਮਐਲਏ ਮੰਤਰੀ ਹੈ ਨਹੀਂ ਸੀ, ਲੇਕਿਨ ਪੰਚ ਵੀ ਬਣਿਆ, ਸਰਪੰਚ ਵੀ, ਮਿਊਨਿਸਪਲ ਕਮੇਟੀ ਦਾ ਪ੍ਰਧਾਨ, ਫਿਰ ਆਜ਼ਾਦ ਵੀ ਲੋਕਾਂ ਨੇ ਜਿਤਾਤਾ ਸੀ। ਹੁਣ ਮੈਂ ਕੜਾਹਾ ਚੌਲ ਖਾ ਕੇ ਨਹੀਂ ਪਤਾ ਲੱਗਦਾ ਮੈਨੂੰ ਵੀ ਚੌਲ ਕਹੇ ਜੇ, ਮੈਂ ਇੱਕ ਚੌਲ ਤੇ ਹੀ ਦੇਖ ਲੈਂਦਾ ਕਿਉਂਕਿ ਰੋਜ਼ ਲੋਕਾਂ ਦੇ ਰਹਿੰਦਾ। ਪਰ ਦਰਸ਼ਨ ਸਿੰਘ ਬਰਾੜ ਵਰਗਾ ਬੰਦਾ ਲੱਭਣਾ ਮੁਸ਼ਕਿਲ ਹੈ। ਮੈਂ ਸਾਰੇ ਪੰਜਾਬ 'ਚ ਲੱਭ ਰਿਹਾ, ਕੋਈ ਜੋੜ ਇਹਦਾ ਨਹੀਂ ਮਿਲਦਾ। ਔਰ ਜਾਂਦਾ ਜਾਂਦਾ ਜਿਹੀ ਜੀ ਇਹ ਸਲਾਹ ਦੇ ਜਾਂਦਾ ਬੰਦਾ, ਉਹਦੀ ਕੋਈ ਤੋੜ ਨਹੀਂ ਹੁੰਦਾ ਉਸ ਸਲਾਹ ਦਾ, ਜੇ ਉਹਦੇ ਪਰ ਕੋਈ ਬੰਦਾ ਕੰਮ ਕਰ ਲਵੇ। ਔਰ ਪਿਆਰ ਇੰਨਾ ਦਿੰਦਾ ਹੈ, ਮੈਨੂੰ ਤਾਂ ਜਵਾਨ ਦੇ ਹੀ ਲੱਗਦਾ ਹੈ, ਪਰ ਬਾਪੂ ਬਾਪੂ ਕਹੀ ਜਾਂਦੇ ਲੋਕ, ਉਮਰ ਨਹੀਂ ਸਮਝ ਆਉਂਦੀ ਵੀ ਕਿੰਨੀ ਹੈ। ਇੰਨਾ ਪਿਆਰ ਹੈ ਇਹਦੇ ਦਿਲ ਦੇ ਵਿੱਚ। ਅਗਰ ਇਹਨੂੰ ਗਾਲਾਂ ਵੀ ਕੱਢਦਾ, ਮੈਂ ਦੇਖਿਆ ਕਈਆਂ ਨੂੰ ਗਾਲਾਂ ਕੱਢਣੇ ਆਉਂਦਾ, ਲੇਕਿਨ ਉਸ ਨੂੰ ਇਹ ਲੱਗਦਾ ਯਾਰ ਇਹ ਝੋਲੀਆਂ ਨਾਲ ਕਿ ਮੈਨੂੰ ਪਿਆਰ ਕਰ ਰਿਹਾ। ਕਈ ਸੰਤ ਹੁੰਦੇ ਆ ਇਹ ਜੇ ਕਿ ਗਾਲਾਂ ਕੱਢ ਕੇ ਭਜਾਈ ਜਾਂਦੇ, ਲੋਕ ਫੇਰ ਵੀ ਉਹਦੇ ਨਾਲ ਚਿੰਬੜੀ ਜਾਂਦੇ, ਉਹ ਕਹਿੰਦੇ ਇਹ ਗਾਲਾਂ ਕੱਢ ਕੇ ਸਾਡਾ ਮਸਲਾ ਹੱਲ ਕਰ ਰਿਹਾ ਕੋਈ। ਇਹ ਵੀ ਦੇ ਵਿੱਚ ਹੀ ਹੋਈ ਪਿਆਰ ਹੈ। ਮੈਨੂੰ ਉਹਨੇ ਬੀਬੀ ਮਿਲੀ, ਕਿਸੇ ਦਾ 50,000, ਕਿਸੇ ਦਾ 20,000, ਕਿਸੇ ਦਾ 10,000। 2 ਕਿਲੋ ਵਾਟ ਦੇ 52 ਲੱਖ ਪਰਿਵਾਰ ਹੈ, ਟੋਟਲ 72 ਲੱਖ ਪਰਿਵਾਰ ਹੈ। 2 ਕਿਲੋ ਵਾਟ ਤੱਕ 52 ਲੱਖ ਪਰਿਵਾਰ ਆਉਂਦੇ, ਉਹਨਾਂ ਦੇ ਬਕਾਏ ਖੜੇ ਦੇਣ ਤੇ ਸਮਰਥ ਸੀ। ਐਸੀ ਇੱਕੋ ਵਾਰ ਲੀਕ ਮਾਰਤੀ, 1500 ਕਰੋੜ ਰੁਪਏ ਦਾ ਲੋਕਾਂ ਨੂੰ ਫਾਇਦਾ ਹੋਇਆ, ਆਮ ਲੋਕਾਂ ਨੂੰ। ਕੇਜਰੀਵਾਲ ਕਹਿੰਦਾ ਜੀ ਤਾਂ ਖਜ਼ਾਨਾ ਲਟਾਈ ਜਾਂਦਾ, ਯਾਰ ਖਜ਼ਾਨਾ ਲੋਕਾਂ ਦਾ ਲੋਕਾਂ ਨੂੰ ਦੇ ਰਿਹਾ, ਤੇਰਾ ਦੱਸ ਕਿਆ ਢਿੱਡ ਦੁੱਧ ਦਾ ਬਣਾ ਨਹੀਂ ਸਮਝਦਾ। ਪਾਣੀ ਜਿਹਦੇ ਕਰਕੇ ਮੋਟਰ ਦਾ ਕਨੈਕਸ਼ਨ ਕੱਟ ਗਏ, ਮੈਂ ਉਦੋਂ ਆਪ ਚੜ ਕੇ ਲਗਾਤਾ ਸੀ, ਲੇਕਿਨ ਹੁਣ ਜਦ ਆਪਣੇ ਪਾਸ ਸਾਰਾ ਕੁਝ ਆਇਆ ਤਾਂ ਅਸੀਂ ਸਾਰੇ ਪਿੰਡਾਂ ਦੇ, ਚਾਹੇ ਜਿੰਨਾ ਮਰਜ਼ੀ ਬਿੱਲ ਸੀਗਾ, ਕਿਸੇ ਦਾ ਕਰੋੜ, ਕਿਸੇ ਦਾ 50 ਲੱਖ, ਕਿਸੇ ਦਾ 10 ਲੱਖ, ਸਾਰੇ ਖਤਮ ਕਰਤੇ ਆ। ਤੁਹਾਨੂੰ ਹੁਣ ਪੰਚਾਇਤਾਂ ਨੂੰ ਦੇਣ ਦੀ ਕੋਈ ਲੋੜ ਨਹੀਂ। 260 ਰੁਪਏ ਪਾਣੀ ਦਾ ਬਿੱਲ ਆਉਂਦਾ ਸੀ, ਹੁਣ 50 ਰੁਪਏ ਆਇਆ ਕਰਨਾ, ਚਾਹੇ ਪਿੰਡ ਹੈ ਚਾਹੇ ਸ਼ਹਿਰ। ਜਿਹੜੀ ਐਲੀਟ ਕਲਾਸ ਹੈ, ਜਿਹੜੀ ਕਹਿੰਦੇ ਉੱਤਰਾਖੰਡ ਮੇਰੀ ਵਾਰੀ, ਹੁਣ ਐਤਕੀ ਤੂੰ ਆ ਜਾ, ਐਤਕੀ ਤੂੰ ਆ ਜਾ, ਉਹਦਾ ਖਾਤਮਾ ਹੋ ਰਿਹਾ। ਨਵਾਂ ਯੁੱਗ ਪੰਜਾਬ ਦੇ ਵਿੱਚ ਆ ਰਿਹਾ। 2 ਕਿਲੋ ਵਾਟ ਦੇ 52 ਲੱਖ ਪਰਿਵਾਰ ਹੈ, 2 ਕਿਲੋ ਵਾਟ ਤੱਕ 52 ਲੱਖ ਪਰਿਵਾਰ ਆਉਂਦੇ, ਉਹਨਾਂ ਦੇ ਬਕਾਏ ਖੜੇ ਦੇਣ ਤੇ ਸਮਰਥ ਸੀ। ਐਸੀ ਇੱਕੋ ਵਾਰ ਲੀਕ ਮਾਰਤੀ, 1500 ਕਰੋੜ ਰੁਪਏ ਦਾ ਲੋਕਾਂ ਨੂੰ ਫਾਇਦਾ ਹੋਇਆ, ਆਮ ਲੋਕਾਂ ਨੂੰ।
ਤੇ ਤੁਸੀਂ ਨਵੇਂ ਯੁੱਗ ਨੂੰ ਅੱਜ ਖੁਸ਼ਾਮ ਜੀ ਦਾ ਸਵਾਗਤ ਕਰਨ ਆਏ ਹੋ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਵੇਖੋ ਜੀ, ਇਹਨਾਂ ਦੀ ਡਰਾਮੇਬਾਜ਼ੀ, ਜਿਹੜੇ ਕੰਮ ਕੈਪਟਨ ਅਮਰਿੰਦਰ ਸਿੰਘ ਕਰਦੇ ਸੀ ਉਹੀ ਹੁਣ ਚੰਨੀ ਸਰਕਾਰ ਕਰ ਰਹੀ ਹੈ। 73 ਪੋਸਟਾਂ ਕੱਢੀਆਂ 25 ਸਾਲਾਂ ਬਾਅਦ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਮੈਥਮੈਟਿਕਸ ਦੇ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਨੇ। ਵੀ ਭਲੇ ਉਹ ਮਾਨਸੋ ਵੀ ਪੀਪੀਐਸਸੀ ਕਾਹਦੇ ਵਾਸਤੇ ਬਣਾਈ ਆ, ਜਿਹੜੀ ਕਿ ਅਧਿਕਾਰਤ ਬੋਡੀ ਆ ਇਸ ਤਰ੍ਹਾਂ ਦੀ ਗੈਸਟ ਪੋਸਟ ਕਰਨ ਵਾਸਤੇ ਇਹਨਾਂ ਨੇ ਇੱਕ ਕਮੇਟੀ ਬਣਾਈ, ਇਸ ਕਰਕੇ ਕਿ ਜਲਦੀ ਜਲਦੀ ਲੋਕਾਂ ਨੂੰ ਗੁੰਮਰਾਹ ਕਰਕੇ ਅਸੀਂ ਸਿਰਫ ਇਹ ਦੱਸ ਸਕੀਏ ਵੀ ਅਸੀਂ 73 ਅਸਿਸਟੈਂਟ ਪ੍ਰੋਫੈਸਰ ਪਰ ਭਰਤੀ ਕਰ ਲਏ ਆ। ਔਰ ਉਹਦੇ ਚ ਪੇਪਰ ਲੈਣ ਲੱਗਿਆ ਕੀ ਗੜਬੜ ਘੁਟਾਲਾ ਕੀਤਾ ਕਿ ਜਿਹੜੇ 4 ਮਹੀਨੇ ਪਹਿਲਾਂ ਇਹਨਾਂ ਨੇ ਟੀਚਰ ਰੱਖੇ ਸੀ, ਮੈਥਮੈਟਿਕਸ ਦੇ ਟੀਚਰ ਰੱਖੇ ਸੀ, ਉਹਨਾਂ ਦਾ ਸੇਮ ਕੁਐਸਚਨ ਪੇਪਰ ਉਸੇ ਸੀਰੀਅਲ ਨੰਬਰ ਤੇ ਚੱਕ ਕੇ ਇਸ ਟੈਸਟ ਦੇ ਵਿੱਚ ਪਾਤਾ, ਜਿਹੜਾ ਕਿ ਕਾਨੂੰਨ ਦੇ ਖਿਲਾਫ ਹੈ, ਕਨਵੈਨਸ਼ਨ ਦੇ ਖਿਲਾਫ ਹੈ, ਜਿਹੜਾ ਨਹੀਂ ਹੋਣਾ ਚਾਹੀਦਾ। ਇਹ ਧੋਖਾਧੜੀ ਕੀਤੀ ਤਾਂ ਕਿ ਉਹੀ ਟੀਚਰ ਆਪਦੀਆਂ ਪੋਸਟਾਂ ਛੱਡ ਕੇ ਅਸਿਸਟੈਂਟ ਪ੍ਰੋਫੈਸਰ ਦੀ ਜਿਹੜੀ ਅਸਾਮੀ ਜਾ ਕੇ ਬਹਿ ਜਾਣ ਤੇ ਸਰਕਾਰ ਵਾਹਵਾ ਲੁੱਟ ਲੇ ਵੀ ਅਸੀਂ 73 ਪੋਸਟਾਂ 25 ਸਾਲਾਂ ਬਾਅਦ ਭਰਤੀਆਂ, ਹੋਰ ਕਿਸੇ ਨੇ ਭਰੀਆਂ ਨਹੀਂ ਸੀ। ਜਿਸ ਤਰ੍ਹਾਂ ਦੀ ਡਰਾਮੇਬਾਜ਼ੀ ਚੰਨੀ ਸਾਹਿਬ ਕਰ ਰਹੇ ਆ, ਇਹ ਉਹਨਾਂ ਦਾ ਇੱਕ ਨਵਾਂ ਹੋਰ ਡਰਾਮਾ ਤੁਹਾਡੇ ਸਾਹਮਣੇ ਅਸੀਂ ਦੱਸ ਰਹੇ ਹਾਂ। ਸੋ ਪੰਜਾਬੀਓ, ਧਿਆਨ ਰੱਖਿਓ, ਇਹਨਾਂ ਨੇ ਠੱਗੀ ਮਾਰੀ ਹੈ ਤੇ ਜੇ ਠੱਗੀ ਨਾ ਹੋਵੇ ਤਾਂ ਇਸੇ ਤਰ੍ਹਾਂ ਦਾ ਕੰਮ ਹਰਿਆਣਾ ਸਰਕਾਰ ਨੇ ਕੀਤਾ ਸੀ ਤੇ ਉਹਨਾਂ ਨੇ ਆ ਕੈਂਸਲ ਕਰਦੇ, ਉਹ ਕੈਂਸਲ ਕਰਕੇ ਦੁਬਾਰਾ ਟੈਸਟ ਲਿਆ। ਸੋ ਇਸ ਤਰ੍ਹਾਂ ਦਾ ਇਹ ਮਤਲਬ ਚੰਨੀ ਸਾਹਿਬ ਦੇ ਜਿੰਨੇ ਵੀ ਡਰਾਮੇ, ਉਹਨਾਂ 'ਚ ਇੱਕ ਡਰਾਮਾ ਹੋਰ ਤੁਹਾਡੇ ਸਾਹਮਣੇ ਲਿਆਂਦਾ ਜਿਹਦੇ 'ਚ ਪੜ੍ਹੀ ਲਿਖੀ ਜਮਾਤ ਨੂੰ ਵਾਜੇ ਸਮਝਦੀ ਹੈ। ਉਹ ਪੰਜਾਬੀ ਵਾਜੇ ਨਹੀਂ ਹੈ, ਇਹ ਤਾਂ ਅਮਰੀਕਾ ਕੈਨੇਡਾ ਜਾ ਕੇ ਰਾਜ ਕਰਦੇ। ਅਸੀਂ ਸਭ ਜਾਣਦੇ ਹਾਂ, ਅਸੀਂ ਤਾਂ ਮੋਦੀ ਨੂੰ ਗੋਡਨੀਆਂ ਕਰ ਲਿਆ। ਚੰਨੀ ਸਾਹਿਬ, ਤੁਸੀਂ ਕਿਹੜੇ ਬਾਗ ਦੀ ਮੂਲੀ ਹੋ? ਪੰਜਾਬ ਸਰਕਾਰ ਸਾਨੂੰ ਡਰਾਮੇਬਾਜ਼ੀਆਂ 'ਚ ਨਾ ਉਲਝਾਓ, ਕੰਮ करके दिखाओ जे करना तो। दिल्ली के स्कूल इतने शानदार हो गए हैं कि अब प्राइवेट स्कूलों से 11वीं 12वीं में खूब बच्चे अपने निकल के आ रहे हैं और बहुत सारे रिफॉर्म्स हुए हैं। हमारे टीचर्स विदेशों में गए हैं। आज हमारे टीचर्स को विदेशों में बुलाया जा रहा है। देश भर के स्कूलों में एक सीख जा रही है कि हैप्पीनेस करिकुलम, एंटरप्रेन्योरशिप माइंडसेट करिकुलम, देशभक्ति करिकुलम कैसे लॉन्च किया जा सकता है, कैसे पढ़ाया जा सकता है। इन सब पे दिल्ली में खूब काम हुआ है। बहुत खुशी है कि पंजाब के शिक्षा मंत्री जी ने इस पर बहस करनी चाहिए है और पंजाब के शिक्षा मंत्री जी ने कहा है कि उन्होंने देखा है पंजाब के स्कूल, सरकारी स्कूल बहुत शानदार हैं। मैं उनको खुला निमंत्रण देना चाहता हूं आप सबके माध्यम से कि वो आएँ। मैं उनको दिल्ली के 10 सरकारी स्कूलों में ले जाऊंगा और वो मुझे पंजाब के ऐसे 10 सरकारी स्कूलों में ले जाएं जो उनकी सरकार ने ठीक किए हैं, जो उनकी सरकार ने बदले हैं। मैं उनको दिल्ली के 10 ऐसे सरकारी स्कूलों में लेके जाऊंगा जहां पिछले 5 साल में हमको एक बार सरकार चलाने का मौका मिला, हमने वहां परिवर्तन किए हैं। मैं ऐसे 10 स्कूलों में लेके चलूँगा। ऐसे स्कूलों में लेके चलूँगा जहाँ के बच्चे अब IIT में जा रहे हैं, नीट में जा रहे हैं। आप भी मुझे अपने ऐसे सरकारी स्कूलों में लेके चलिए जहाँ के बच्चे अब IIT और नीट में जाने लगे हैं। आइए, चुनाव शिक्षा पे हो, चुनावी बहस शिक्षा पे हो। अगर आपका काम बहुत अच्छा है तो निश्चित रूप से पंजाब के लोग आपको वोट देंगे, और अगर आपका काम अच्छा नहीं है और पंजाब के लोगों को, पंजाब के वोटर्स को दिल्ली के शिक्षा मॉडल में अच्छा लगेगा तो निश्चित रूप से दिल्ली में सरकार चला रही अरविंद केजरीवाल जी की राजनीति, अरविंद केजरीवाल जी की आम आदमी पार्टी को लोग वोट देंगे। लेकिन शिक्षा पे बहस होनी चाहिए। आप जिस टीवी चैनल पे चाहें, शिक्षा के तमाम मुद्दों को लेकर हम बहस करने के लिए तैयार हैं। मैं दिल्ली का शिक्षा मंत्री बहुत जिम्मेदारी से कहना चाहता हूं कि पंजाब के वर्तमान शिक्षा मंत्री जी अपने 5 साल की सरकार के काम पर जिस चैनल पर जब चाहे बहस करने के लिए बता दें, हम तैयार हैं, हम आने के लिए तैयार हैं, हम इस खुली बहस के लिए तैयार हैं। हमारा तो सबसे बड़ा जो आज हमारे प्रेसिडेंट और सबने जो किसानों का मुद्दा है, क्योंकि 29 को किसान भी सब मार्च कर रहे हैं, तो ये उन्होंने खास तौर पे कहा है सोनिया गांधी जी ने, राहुल गांधी जी ने भी खास तौर पे उस दिन MSP का मुद्दा और जो मंत्री होम मिनिस्टर हैं उनके स्टेट, उनको उनका इस्तीफा और जो भी किसानों के मुद्दे हैं वो 29 को और बाहर भी डेमोन्स्ट्रेट करेंगे और अंदर भी सिर्फ किसान किसान किसान। और उसके बाद कोई मुद्दा है तो महंगाई वाला मुद्दा, डीजल पेट्रोल और जो आज गैस सिलेंडर है उसके बाद है। पहले सबसे किसान इशू है, क्योंकि प्रियंका गांधी जी भी वहाँ पे लखीमपुर वाला इशू है। 2 सबसे बड़े इशू MSP और लखीमपुर मंत्री जी का इस्तीफा। ये मीटिंग
हो गई है और बहुत से विषय हमको उठाना है और वो विषय दिन पे दिन रोज हम एक एक विषय उठाएंगे। खास करके 29 को जो किसानों का मुद्दा है और MSP का मुद्दा है और मंत्री जो इस लखीमपुर खीरी में उन्होंने उनका पुत्र जो किसानों के ऊपर जीप चढ़ाकर 4 लोगों को उसने मार दिया, उस विषय पे हम उन मंत्री को उसकी रिसिग्नेशन के लिए हम डिमांड कर रहे हैं और MSP की डिमांड कर रहे हैं और जो मुद्दे हमारे किसानों ने उठाया है उन मुद्दों को हम फिर से सदन में रखेंगे उनके तरफ से। और बाकी के जो विषय है महत्वपूर्ण विषय है, चाहे वो इन्फ्लेशन का हो, चाहे पेट्रोल डीजल का हो, चाहे चाइनीज़ का एग्रेशन का मुद्दा हो, चाहे जम्मू कश्मीर का मुद्दा हो, ये जो दूसरे मुद्दे हैं इन मुद्दों के ऊपर भी हर एक दिन इसके ऊपर चर्चा करके हम काम करेंगे।